Good afternoon, everybody. Sat Sri Akal, Namaskar. Welcome to CHAM's World Education Fair opening. Today we are gathered for specific purpose. Like we are organizing mega World Education Fair. As you know, कि CHAM's education हमेशा Canadian mega education fair करता है बहुत बड़े scale पे. So this time we have come up with an exclusive new brand like that is Mega World Education Fair. Now why World Education Fair? Like पिछले कुछ ਅਸੀਂ टाइम तो देखा है कि कैनेडा के नाल बाकी जी कंट्रीज हैगियां वो भी काफ़ी ज़्यादा लाइक पॉपुलर हुई हैं खास करके USA तो लाइक इंडिया तो स्टूडेंट्स बहुत जाते हैं. सो US इज़ वन ऑफ द लाइक बेस्ट डेस्टिनेशन फॉर द इंडियन स्टूडेंट्स एंड apart from that New Zealand, Australia and for some students Singapore, Germany, Europe. ਹਮੇਸ਼ਾ ਸਾਡੇ ਕੈਨੇਡੀਅਨ ਜਿਹੜੇ ਮੈਗਾ ਐਜੂਕੇਸ਼ਨ ਫੇਅਰ ਅਸੀਂ ਕਰਦੇ ਆਏ ਹਾਂ ਉਹਨਾਂ 'ਚੋਂ ਮਤਲਬ ਕਿ ਕਾਫੀ ਹਜ਼ਾਰਾਂ ਸਟੂਡੈਂਟ ਨੂੰ ਅਸੀਂ ਕੈਨੇਡਾ ਦੇ ਕੋਨੇ-ਕੋਨੇ ਵਿੱਚ ਪੜ੍ਹਨ ਲਈ ਭੇਜਿਆ ਤੇ ਉਹ ਬੜੇ ਸੈਟੀਸਫਾਈਡ ਹੈਗੇ ਆ ਸਾਡੀ ਸਰਵਿਸਿਜ਼ ਨਾਲ. ਚਾਮਸ ਪਿਛਲੇ 12 ਸਾਲ ਤੋਂ ਕੈਨੇਡਾ ਨਹੀਂ ਬਲਕਿ ਹੋਰ ਵੀ ਕੰਟਰੀਜ਼ ਵਿੱਚ ਸਟੂਡੈਂਟਸ ਨੂੰ ਭੇਜਦਾ ਰਿਹਾ. ਮਤਲਬ ਕਿ ਕੈਨੇਡਾ ਵਿੱਚ ਓਬਵੀਅਸਲੀ ਨੰਬਰਸ ਬਹੁਤ ਜ਼ਿਆਦਾ ਹੈ ਲੇਕਿਨ ਅਸੀਂ ਨਿਊਜ਼ੀਲੈਂਡ, ਆਸਟ੍ਰੇਲੀਆ, USA, ਸਿੰਗਾਪੁਰ, ਜਰਮਨੀ, ਜਿੰਨੇ ਵੀ ਸਵਿਟਜ਼ਰਲੈਂਡ, ਜਿੰਨੀ ਵੀ ਕੰਟਰੀਜ਼ ਹੈ ਅਸੀਂ ਇਹਨਾਂ ਵਿੱਚ ਵੀ ਸਟੂਡੈਂਟਸ ਨੂੰ ਪੜ੍ਹਨ ਲਈ ਵਧੀਆ ਕਾਲਜ ਯੂਨੀਵਰਸਿਟੀਜ਼ ਭੇਜ ਰਹੇ ਹਾਂ. ਹੁਣ ਮੈਗਾ ਵਰਲਡ ਐਜੂਕੇਸ਼ਨ ਫੇਅਰ ਵਿੱਚ ਜਦ ਇੱਕ ਸਟੂਡੈਂਟ ਆਉਂਦਾ ਹੈਗਾ ਤਾਂ ਹਰੇਕ ਕੰਟਰੀ ਦਾ ਆਪਣਾ ਇੱਕ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਹੈਗਾ ਅਤੇ ਇੱਕ ਪਰਸੈਂਟੇਜ ਮਿਨੀਮਮ ਪਰਸੈਂਟੇਜ ਜਾਂ ਮਿਨੀਮਮ ਆਈਲੈਟਸ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਹੈਗੀ ਹੈ. ਸੋ ਉਹਦੇ ਅਕੋਰਡਿੰਗਲੀ ਸਟੂਡੈਂਟਸ ਸਾਡੇ ਈਵੈਂਟ ਵਿੱਚ ਜਦ ਆਉਣਗੇ ਤਾਂ ਉਹਨਾਂ ਨੂੰ ਡਿਫਰੈਂਟ ਆਪਸ਼ਨਸ ਦਿੱਤੀ ਜਾਣਗੀਆਂ. ਔਰ ਸਟੂਡੈਂਟਸ ਦੀ ਵੀ ਕਾਫੀਆਂ ਦੀ ਮਤਲਬ ਕਿ ਇੱਛਾ ਹੁੰਦੀ ਹੈ ਕਿ ਅਸੀਂ ਪਾਰਟੀਕੂਲਰਲੀ ਆਸਟ੍ਰੇਲੀਆ ਜਾਈਏ, ਨਿਊਜ਼ੀਲੈਂਡ ਜਾਈਏ, US ਜਾਈਏ, ਕੈਨੇਡਾ ਜਾਈਏ. ਸੋ ਸਾਰੇ ਸਟੂਡੈਂਟਸ ਨੂੰ ਉਹਦੇ ਅਕੋਰਡਿੰਗਲੀ ਵਧੀਆ ਪ੍ਰੋਗਰਾਮਸ ਵਾਲੇ ਜਿਹੜੀ ਸਕੋਲਰਸ਼ਿਪ ਓਪਰਚੁਨਿਟੀਜ਼ ਹੈਗੀਆਂ ਸਾਰਾ ਇਨਫੋਰਮੇਸ਼ਨ ਮਤਲਬ ਕਿ ਕਾਲਜ ਦੇ ਡੈਲੀਗੇਟਸ ਉਹਨਾਂ ਦੇ ਨਾਲ ਹੋਣਗੇ. ਚਾਮਸ ਦੀ ਪੂਰੀ ਟੀਮ ਜਿਹੜੀ ਸਾਡੀ ਐਕਸਪਰਟ ਟੀਮ ਹੈ ਅਸੀਂ ਪੂਰੀ ਇਨਫੋਰਮੇਸ਼ਨ ਦੇਣ ਲਈ ਸਟੂਡੈਂਟਸ ਅਤੇ ਪੇਰੈਂਟਸ ਨੂੰ ਰੈਡੀ ਹੋਵਾਂਗੇ. ਅਤੇ ਜਿਸ ਤਰ੍ਹਾਂ ਅਸੀਂ ਇੰਨੇ ਸਾਲਾਂ ਤੋਂ ਵਧੀਆ ਸਰਵਿਸਿਜ਼ ਦਿੱਤੀਆਂ ਸਾਰੀ ਕੰਟਰੀਜ਼ ਲਈ ਇਮੀਡੀਏਟ ਲੈਵਲ 'ਤੇ ਇੱਥੇ ਸਟੂਡੈਂਟਸ ਨੂੰ ਇੱਕੋ ਹੀ ਮੰਚ 'ਤੇ ਸਾਰੀ ਇਨਫੋਰਮੇਸ਼ਨ ਮਿਲੇਗੀ. ਸੋ ਇੱਕ ਸਭ ਤੋਂ ਵੱਡਾ ਈਵੈਂਟ ਇਹ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਅਤੇ ਇਹ ਅਸੀਂ 7 ਸਿਟੀਜ਼ ਵਿੱਚ ਕਰ ਰਹੇ ਹੈਗੇ ਅਤੇ ਅਸੀਂ ਸਟਾਰਟ ਅੰਮ੍ਰਿਤਸਰ ਤੋਂ ਕਰ ਰਹੇ ਹੈਗੇ ਅਤੇ ਜਿਹੜਾ ਚੰਡੀਗੜ੍ਹ ਵਿੱਚ ਈਵੈਂਟ ਹੈਗਾ ਇਹ 7 ਤਰੀਕ ਨੂੰ ਤਾਜ ਹੋਟਲ ਚੰਡੀਗੜ੍ਹ. ਜਿਸ ਤਰ੍ਹਾਂ ਸਾਡੇ ਚਾਮਸ ਦੇ ਮੈਕਸੀਮਮ ਸਾਰੇ ਈਵੈਂਟਸ ਹੈ ਤਾਜ ਹੋਟਲ ਚੰਡੀਗੜ੍ਹ 'ਚ ਹੀ ਹੁੰਦੇ ਤਾਂ ਉੱਧਰ ਹੀ ਸਾਡਾ ਈਵੈਂਟ ਹੋਏਗਾ 7 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਤਾਜ ਹੋਟਲ ਵਿੱਚ. ਇਹਦੇ ਵਿੱਚ ਇੱਕ ਹੋਰ ਵਧੀਆ ਗੱਲ ਇਹ ਹੈ ਕਿ ਜਿਹੜਾ ਸਕੂਲਿੰਗ ਵੀਜ਼ਾ ਵੀ ਹੈਗਾ ਉਹ ਵੀ ਸਟੂਡੈਂਟਸ ਦਾ ਕਾਫੀ ਕੁਐਸਚਨਸ ਰਹਿੰਦੇ ਸੀ ਪੇਰੈਂਟਸ ਦੇ ਕਿ ਜਿਸ ਤਰ੍ਹਾਂ ਸਟੂਡੈਂਟਸ ਜਿਸ ਤਰ੍ਹਾਂ ਕੈਨੇਡਾ ਜਿਸ ਤਰ੍ਹਾਂ ਜਾਣਾ ਚਾਹੁੰਦੇ ਆ 5ਵੀਂ 6ਵੀਂ 7ਵੀਂ 8ਵੀਂ ਜਾਂ 11ਵੀਂ 12ਵੀਂ ਵਿੱਚ ਵੀ ਕਈ ਬੱਚੇ ਜਿਹੜੇ ਹੈਗੇ ਕਾਫੀ ਇੰਟਰਸਟਡ ਹੈ, ਪੇਰੈਂਟਸ ਇੰਟਰਸਟਡ ਹੈ ਉਹਨਾਂ ਨੂੰ ਭੇਜਣ ਲਈ. ਅਤੇ ਉਹਦੇ ਲਈ ਮਤਲਬ ਕਿ ਸਾਡੇ ਬ੍ਰਿਟਿਸ਼ ਕੋਲੰਬੀਆ ਤੋਂ ਸੁਪਰਿੰਟੈਂਡੈਂਟ ਹੈਗੇ ਆ ਓਕਨਗਨ ਸਕੂਲ ਉੱਥੇ ਹੈਗਾ ਉੱਥੇ ਡਿਸਟ੍ਰਿਕਟ ਸਕੂਲਸ. ਉਹਨਾਂ ਦੇ ਸੁਪਰਿੰਟੈਂਡੈਂਟ ਜਿਹੜੇ ਹੈਗੇ ਆ ਉਹ ਖੁਦ ਮਿਸਟਰ ਰਿਕ ਉੱਥੇ ਅਵੇਲੇਬਲ ਹੋਣਗੇ. ਕੁਐਸਚਨ ਜਿਹੜੀ ਕੁਏਰੀਜ਼ ਹੈਗੀਆਂ ਸਕੂਲਿੰਗ ਵੀਜ਼ਾ ਦੇ ਅਕੋਰਡਿੰਗਲੀ ਮਤਲਬ ਕਿ ਅਸੀਂ ਕਾਫੀ ਕੁਏਰੀਜ਼ ਬੱਚਿਆਂ ਦੇ ਨਾਲੇ ਪੇਰੈਂਟਸ ਦੀਆਂ ਸਾਡੇ ਕੋਲ ਆਉਂਦੀਆਂ ਅਤੇ ਸਪੈਸ਼ਲੀ ਅਸੀਂ ਉਹਨਾਂ ਨੂੰ ਕੈਨੇਡਾ ਤੋਂ ਇਨਵਾਈਟ ਕੀਤਾ ਸਾਡੇ ਈਵੈਂਟਸ ਲਈ ਤਾਂ ਕਿ ਪੇਰੈਂਟਸ ਦੀ ਕਨਫਿਊਜ਼ਨ ਥੋੜ੍ਹੀ ਦੂਰ ਹੋਏ ਕਿਉਂਕਿ ਆਪਣੇ ਮਾਰਕੀਟ ਵਿੱਚ ਇੱਥੇ ਪੰਜਾਬ ਵਿੱਚ ਕਾਫੀ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਕੂਲਿੰਗ ਵੀਜ਼ਾ ਦੇ ਰਿਗਾਰਡਿੰਗ. ਤੋ ਇਸ ਕਰਕੇ ਮਤਲਬ ਕਿ ਅਸੀਂ ਸਪੈਸ਼ਲਿਸਟ ਨੂੰ ਜਿਹੜੇ ਕਿ ਖੁਦ ਹੀ ਇਸ ਇੰਡਸਟਰੀ 'ਚ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਸਕੂਲਿੰਗ ਵੀਜ਼ਾ ਦੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਅਤੇ ਉਹ ਖੁਦ ਜਿੰਨੀ ਵੀ ਪੇਰੈਂਟਸ ਦੀ ਨਾਲੇ ਸਟੂਡੈਂਟਸ ਦੀ ਜਿਹੜੇ ਸਕੂਲਿੰਗ ਵੀਜ਼ਾ 'ਤੇ ਜਾਣਾ ਚਾਹੁੰਦੇ ਆ ਉਹਨਾਂ ਦੀ ਕੁਏਰੀਜ਼ ਲਈ ਉੱਥੇ ਸਾਰੇ ਅਵੇਲੇਬਲ ਹੋਣਗੇ. ਉਹਨਾਂ ਦੇ ਜਿਹੜੇ ਵੀ ਕੁਐਸਚਨਸ ਹੋਣਗੇ ਉਹਨਾਂ ਦੀ ਸਾਰੀ ਇਨਕੁਆਇਰੀਜ਼ ਨੂੰ ਆਪਾਂ ਹੈਂਡਲ ਕਰਾਂਗੇ. ਬਾਕੀ ਜਰਮਨੀ ਜਿਹੜੀ ਹੈਗੀ ਹੈ ਇੱਕ ਕੰਟਰੀ ਉਹਦੇ ਵਿੱਚ ਫ੍ਰੀ ਐਜੂਕੇਸ਼ਨ ਜਿਹੜੀ ਹੈਗੀ ਹੈ ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਕਿਸ ਲੈਵਲ 'ਤੇ ਫ੍ਰੀ ਐਜੂਕੇਸ਼ਨ ਮਿਲਦੀ ਹੈ ਬਿਕੋਜ਼ ਇਹਦੇ ਵਿੱਚ ਵੀ ਜਰਮਨੀ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਫ੍ਰੀ ਐਜੂਕੇਸ਼ਨ ਜਦ ਇੱਕ ਵਰਡ ਆਉਂਦਾ ਹੈਗਾ ਨਾਲ ਤਾਂ ਸਾਰਿਆਂ ਨੂੰ ਆਉਂਦਾ ਕਿ ਜਰਮਨੀ ਫ੍ਰੀ ਐਜੂਕੇਸ਼ਨ ਕਿਸ ਤਰ੍ਹਾਂ ਪ੍ਰੋਵਾਈਡ ਕਰ ਦਿੰਦਾ ਹੈ ਕਿ ਸਾਰਾ ਖਰਚਾ ਸਟੂਡੈਂਟ ਲਈ ਕਿਉਂ ਕਰਦਾ ਹੈ. ਉਹਦੇ ਵਿੱਚ ਜਰਮਨੀ ਦੀ ਕਿਆ ਕਹਿੰਦੇ ਇੱਕ ਸ਼ੁਰੂ ਤੋਂ ਪਾਲਿਸੀ ਰਹੀ ਹੈ ਕਿ ਵਧੀਆ ਤੋਂ ਵਧੀਆ ਸਟੂਡੈਂਟਸ ਜਿਹੜੇ ਇੰਡੀਆ ਤੋਂ ਹੈਗੇ ਆ
ਉਹਨਾਂ ਨੂੰ ਐਡਮਿਸ਼ਨ ਦੇਣਗੇ ਤੇ ਆਪਣੇ ਖਰਚੇ ਤੇ ਮੇਰੇ ਕੀ ਫੁੱਲ ਸਕਾਲਰਸ਼ਿਪ ਤੇ ਉਹ ਇੰਜੀਨੀਅਰਿੰਗ ਸਟੂਡੈਂਟਸ ਹੋ ਗਏ ਜਾਂ ਕਾਫੀ ਵਧੀਆ ਹੋਰ ਕੋਈ ਜਿਨ੍ਹਾਂ ਨੇ ਆਈਟੀ ਦਾ ਪ੍ਰੋਗਰਾਮਸ ਇੱਥੇ ਕੀਤੇ ਹੁੰਦੇ ਆ ਇੰਡੀਆ ਵਿੱਚ ਤਾਂ ਉਹਨਾਂ ਨੂੰ ਲੈ ਕੇ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਜਾਂ ਫੈਮਲੀਜ਼ ਨੂੰ ਕਾਫੀ ਡਾਊਟ ਹੁੰਦੇ ਹੈਗੇ ਸੋ ਆਈ ਐਮ ਅ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਫॉर ਨਿਊਜ਼ੀਲੈਂਡ ਸੋ ਉਹਦੇ ਕਰਕੇ ਲਾਈਕ ਜਿਹੜੇ ਵੀ ਆਪਣਾ ਨਿਊਜ਼ੀਲੈਂਡ ਦੇ ਵਿੱਚ ਸਪਾਊਸ ਵੀਜ਼ਾਸ ਤੇ ਫੈਮਿਲੀ ਵੀਜ਼ਾਸ ਤੇ ਜਾਣ ਦੇ ਇੱਛੁਕ ਹੋਣਗੇ ਉਹਨਾਂ ਲਈ ਵੀ ਮੈਂ ਫ੍ਰੀ ਐਡਵਾਈਸ ਦੇਣ ਲਈ ਮੈਂ ਉੱਥੇ ਅਵੇਲੇਬਲ ਹੋਊਗਾ ਤੇ ਮਾਰਕੀਟ ਦੇ ਵਿੱਚ ਕਨਫਿਊਜ਼ਨਸ ਹੈਗੀਆਂ ਲੋਕਾਂ ਨੂੰ ਗਲਤ ਗਾਈਡ ਕੀਤਾ ਜਾਂਦਾ ਹੈ ਮੇਨ ਰੂਲ ਇਹੀ ਹੈ ਕਿ ਨਿਊਜ਼ੀਲੈਂਡ ਗਵਰਨਮੈਂਟ ਕਹਿੰਦੀ ਹੈਗੀ ਹੈ ਕਿ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੀ ਸਿਰਫ ਇਮੀਗ੍ਰੇਸ਼ਨ ਐਡਵਾਈਸ ਦੇ ਸਕਦਾ ਹੈਗਾ ਇਸ ਕਰਕੇ ਇਹ ਵੀ ਸਾਡੀ ਲਾਈਕ ਜ਼ਿੰਮੇਵਾਰੀ ਹੈਗੀ ਹੈ ਪਹੁੰਚੇ ਕਿ ਜਿਹੜਾ ਸਪਾਊਸ ਵੀਜ਼ਾ ਹੈਗਾ ਉਹ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੀ ਇੱਕ ਐਡਵਾਈਸ ਦੇ ਸਕਦਾ ਹੈ ਪੋਪੂਲੇਸ਼ਨ ਮਤਲਬ ਕਿ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਉਹ ਵੱਧ ਨਹੀਂ ਰਹੀ ਹੈ ਯੂਨੀਵਰਸਿਟੀਜ਼ ਉਹਨਾਂ ਕੋਲ ਵਰਲਡ ਕਲਾਸ ਹੈਗੀਆਂ ਉਹ ਕਹਿੰਦੇ ਕਿ ਵੀ ਸਾਡੇ ਕੋਲ ਤੁਸੀਂ ਅਗਰ ਆਉਂਦੇ ਹੋ ਪੜ੍ਹਨ ਲਈ ਪਹਿਲੀ ਗੱਲ ਤਾਂ ਉਹਨਾਂ ਨੂੰ ਸਟੂਡੈਂਟ ਜਿਹੜੇ ਹੈਗੇ ਥੋੜ੍ਹੇ ਜਿਹੇ ਇੰਟੈਲੀਜੈਂਟ ਚਾਹੀਦੇ ਹੈਗੇ ਇੰਡੀਆ ਤੋਂ ਉਹ ਕਹਿੰਦੇ ਕਿ ਤੁਹਾਨੂੰ ਅਗਰ ਜਰਮਨ ਲੈਂਗੁਏਜ ਆਉਂਦੀ ਹੈਗੀ ਹੈ ਬੈਚਲਰਸ ਦੀ ਇੱਕ ਲੈਵਲ ਉਹਨੇ ਰੱਖਿਆ ਹੋਇਆ ਜਿਹਨੂੰ ਆਪਾਂ B2 ਲੈਵਲ ਕਹਿੰਦੇ ਹੈਗੇ ਮਾਸਟਰਸ ਲਈ ਉਹਨਾਂ ਨੇ C1 ਲੈਵਲ ਰੱਖਿਆ ਹੋਇਆ ਦੋਨੋਂ ਹੀ ਜਿਹੜੇ ਕੋਰਸਿਸ ਹੈਗੇ ਇੱਕ ਸਾਲ ਉਹਨਾਂ ਨੂੰ ਉੱਥੇ ਜਾ ਕੇ ਜਰਮਨ ਲੈਂਗੁਏਜ ਪਹਿਲਾਂ ਪੜ੍ਹਨੀ ਪੈਣੀ ਹੈ ਉਸ ਤੋਂ ਬਾਅਦ ਉਹ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਅਕੋਰਡਿੰਗਲੀ ਉਹਨਾਂ ਨੂੰ ਐਡਮਿਸ਼ਨ ਉੱਥੇ ਮਿਲ ਸਕਦੀ ਹੈ ਪੂਰਾ ਖਰਚਾ ਉੱਥੇ ਦਾ ਸਰਕਾਰ ਦਾ ਹੈਗਾ ਸਿਰਫ ਤੁਹਾਡਾ ਜਿਹੜਾ ਖਰਚਾ ਉਹ ਰਹਿਣ ਦਾ ਹੋਏਗਾ ਲੇਕਿਨ ਰਹਿਣ ਦਾ ਖਰਚਾ ਵੀ ਤੁਸੀਂ ਉੱਥੇ ਆਪਣਾ ਪਾਰਟ ਟਾਈਮ ਜਿਹੜਾ ਕੰਮ ਕਰਕੇ ਤੁਸੀਂ ਆਪਣਾ 20 ਘੰਟੇ ਨਾਲ ਲਾਈਕ ਤੁਸੀਂ ਆਪਣੀ ਖਰਚਾ ਕੱਢ ਸਕਦੇ ਹੈਗੇ ਹੋ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਉੱਥੇ ਵਰਕ ਪਰਮਿਟ ਮਿਲੇਗਾ 18 ਮਹੀਨੇ ਦਾ ਨਹੀਂ ਕੋਈ ਐਂਟਰੈਂਸ ਐਗਜ਼ਾਮ ਨਹੀਂ ਫੀਸ ਕਿਹੜੀ ਫੀਸ ਜਰਮਨੀ ਦੀ ਫੀਸ ਹੀ ਨਹੀਂ ਹੈ ਕੋਈ ਫ੍ਰੀ ਹੈ ਅਗਰ ਲੈਂਗੁਏਜ ਅਗਰ ਤੁਸੀਂ ਉੱਥੇ ਜਾ ਕੇ ਸਿੱਖਣੀ ਹੈ ਲੈਂਗੁਏਜ ਦੀ ਫੀਸ ਹੈਗੀ ਕਿਉਂਕਿ ਜਰਮਨ ਲੈਂਗੁਏਜ ਜਿਹੜੀ ਹੈਗੀ ਉਹ ਪ੍ਰਾਈਵੇਟ ਸਕੂਲ ਵਿੱਚ ਕਰਾਉਂਦੇ ਹੈਗੇ ਲੇਕਿਨ ਆਪਣੇ ਇੰਡੀਆ 'ਚ ਵੀ ਕਾਫੀ ਸਾਰੇ ਜਰਮਨ ਲੈਂਗੁਏਜ ਦੇ ਇੰਸਟੀਟਿਊਟਸ ਹੈਗੇ ਹੈ ਅਗਰ ਤੁਹਾਡੇ ਕੋਲ ਉਹ ਲੈਵਲ ਹੈਗਾ ਸਰਟੀਫਿਕੇਸ਼ਨ ਹੈਗੀ ਜਿਸ ਤਰ੍ਹਾਂ ਆਪਾਂ ਆਈਲੈਟਸ ਦੀ ਆਪਾਂ ਗੱਲ ਕਰਦੇ ਹਾਂ ਜੀ ਕਿ ਇਹਦੇ 6 ਬੈਂਡ ਹੈਗੇ ਹੈ ਜਾਂ 7 ਬੈਂਡ ਹੈਗੇ ਹੈ ਇਸ ਤਰ੍ਹਾਂ ਹੀ ਜਰਮਨ ਦੇ ਵੀ ਲੈਂਗੁਏਜ ਦੇ ਲੈਵਲਸ ਹੈਗੇ ਹੈ B1 B2 C1 C2 ਠੀਕ ਹੈ ਸੋ ਉਹ ਲੈਂਗੁਏਜ ਅਗਰ ਤੁਹਾਡੇ ਕੋਲ ਇੱਥੇ ਲੈਵਲ ਹੈਗਾ ਤਾਂ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੀ ਜਿਹੜੀ ਵੀਜ਼ਾ ਪ੍ਰੋਸੈਸਿੰਗ ਹੈਗੀ ਹੈ ਕਰਾਵਾਂਗੇ ਔਰ ਉੱਥੇ ਜਾ ਕੇ ਤੁਸੀਂ ਕੋਈ ਫੀਸ ਨਹੀਂ ਦੇਣੀ In the US, we have over 6,000 colleges and universities. I can assure you there is not one league table that covers 6,000 colleges and universities. However, typically you can find different rankings in the US, for example, top 200 schools. I mean, you could have like US News and World Report, for example, that will have different classifications of ranking. But just because a university doesn't... No. It's fine. Just have to just because a university doesn't fit within that top 200, it doesn't mean it's not a good university. As Rahul mentioned, there are other criteria that you can judge the quality of a university on. Now, for example, I meet many students from India that have aspirations. They want to go to Harvard, they want to go to Stanford. I mean, obviously, those universities attract the very best students domestically and from around the world. Now, not every student is obviously going to qualify for those universities, but there are other good universities. I mean, for example, I'm here with Point Park University. Point Park is ranked 110 out of universities in north of the US, which, for a school that has 4,000 students is actually a very good rank. But I think, there's another way to look at the quality of a university in the US, and that would be accreditation. Now, accreditation is actually the quality standard that a university is held accountable for. And there are different accreditation authorities in the US. There's various national, but really the highest level of accreditation would be considered regional accredited schools. These are generally recognized as the highest standard that an institution can be held to. So students, when they are looking to choose a school, they should be looking at things like accreditation as well. But in addition to that, of course, there's other factors. It might be affordability based upon, well, does this university offer scholarships? What are the tuition fees? In addition to that, things like how engaged are they with employers? I mean, I know the majority of Indian students that I meet, particularly those that are at postgraduate level, they're also looking at the work opportunities in terms of the CPT, OPT. So how well connected the school is with employers, local and national, is very important as well.